गुड मॉर्निंग स्टूडेंट्स। बेटा अपना सैकेंड चैप्टर का नैक्सट टॉपिक सी आधुनिक विधियां की महत्ता। महत्ता आलोचना ते अंतर पढ़ांगे। फस्ट ऑफ ऑल महत्ता कहता कि आधुनिक विधियां अते विशेष करके जो व्यवहारवादी क्रांति आई, डेविड ईस्टन जी विचारधारा दी है उन्होंने आप व्यवहारवादी क्रांति कह दें। व्यवहारवादी क्रांति प्रणाली दृष्टिकोण कह लो, सिस्टमैटिकली एनालाइसिस कह लो, जो आलमंड पावर ने दिते गए आ, इनपुट आउटपुट एनालिसिस वो ही तुसीं पढ़िया है, जोड़ा है इनपुट आउटपुट मॉडल वगैरह पढ़िया सी। उन्होंने अध्ययन से मतलब कि काफ़ी ये चेंजिस आए, पोलिटिकल सिस्टम की जी स्टडी करने में काफ़ी कुछ चेंजिस आए, तो इन्हें बहुत ज़्यादा इंपोर्टेंस ये हैगी आ। इन्हों कहता ये जी इंपोर्टेंस आ उन्होंने असी हेठ लिखे सिलेखा अधीन वंड सकते हैं, वर्णन कर सकते हैं। फस्ट ऑफ ऑल ये एनालिटिकल स्टडी करती है, विश्लेषणात्मक अध्ययन करती है। ਜਿਹੜੇ ठीक आ कहते कि मन के जोड़े परंपरावादी विद्वान सी वो भी विश्लेषण करते सी, बट वो विश्लेषण जोड़ा है सिर्फ तो सिर्फ रस्मी संस्थावां का करते सी, सिर्फ रस्मी संस्थावां कार्यपालिका विधान पालिका न्यायपालिका होगी संसद होगी इन्हों का करते। बट जो आधुनिक राजनीति वाले आ उन्होंने गैर रस्मी संस्थावां का भी अध्ययन करते है। ਜਿਹੜੀਆਂ भी ਜਿਹੜੀਆਂ गैर रस्मी संस्थावां ਜਿਹੜੀਆਂ ਹੈਗੀਆਂ ਉਹਨਾਂ ਦੀ ਰਾਜਨੀਤਿਕ ਪ੍ਰਣਾਲੀ ਦੀ ਕੰਮਾਂ ਨੂੰ कार्यशीलता ਨੂੰ ਪ੍ਰਭਾਵਿਤ ਕਰਦੀ ਆ, ਉਹਦਾ ਅਧਿਐਨ ਕਰਦੇ ਆ। ਇਸ ਤਰ੍ਹਾਂ ਇਹ ਸਹੀ ਅਰਥਾਂ ਵਿੱਚ ਵਿਸ਼ਲੇਸ਼ਣਾਤਮਕ ਅਧਿਐਨ ਆ। ਸੈਕੰਡ ਹੈਗਾ ਵਿਕਾਸਸ਼ੀਲ ਰਾਜਾਂ ਦਾ ਅਧਿਐਨ। ਜਿਹੜੀ ਹੈਗੇ ਆ ਪਹਿਲਾਂ ਜਿਹੜੇ ਪਰੰਪਰਾਵਾਦੀ ਵਿਦਵਾਨ ਸੀ ਸਿਰਫ ਤੇ ਸਿਰਫ ਵਿਕਸਿਤ ਜਿਹੜੇ ਰਾਜ ਸੀ ਉਹਨਾਂ ਬਾਰੇ ਹੀ ਗੱਲ ਕਰਦੇ ਸੀ, ਅਮਰੀਕਾ ਬਾਰੇ ਜਾਂ USA ਬਾਰੇ, ਇਟਲੀ ਬਾਰੇ, ਉਹਨਾਂ ਬਾਰੇ ਗੱਲ ਕਰਦੇ ਸੀ। ਬਟ ਜਿਹੜੇ ਅੱਜ ਦੇ ਆਧੁਨਿਕ ਵਿਦਵਾਨ ਜਿਹੜੇ ਤੁਲਨਾਤਮਕ ਅਧਿਐਨ ਕਰਦੇ ਆ ਉਹ ਲੈਟਿਨ ਅਮਰੀਕਾ, ਜਿਹਨੂੰ ਆਪਾਂ ਲਤੀਨੀ ਅਮਰੀਕਾ ਕਹਿ ਦਿੰਦੇ ਹਾਂ, ਅਫਰੀਕਾ ਅਤੇ ਏਸ਼ੀਆ ਦੇ ਜਿਹੜੇ ਰਾਜਾਂ ਦੇ ਸੰਬੰਧ ਵਿੱਚ ਵੀ ਉਹਨਾਂ ਦਾ ਅਧਿਐਨ ਕਰਦੇ ਹੈਗੇ ਆ, ਉਹਨਾਂ ਦੀ ਸ਼ਾਸਨ ਪ੍ਰਣਾਲੀਆਂ ਦਾ ਤੁਲਨਾਤਮਕ ਅਧਿਐਨ ਕਰਦੇ ਆ। ਨੈਕਸਟ ਹੈਗਾ ਪ੍ਰਯੋਗ ਸਿੱਧ ਅਤੇ ਵਿਗਿਆਨਕ ਅਧਿਐਨ 'ਤੇ ਜ਼ੋਰ। ਕਹਿੰਦਾ ਕਿ ਸਿਰਫ ਇਹ ਨਹੀਂ ਆ ਕਿ ਹਾਂ ਵੀ ਤੱਥ ਇਕੱਠੇ ਕਰ ਲਏ, ਉਹ ਤੱਥ ਇਕੱਠੇ ਕਰਕੇ ਉਹਦਾ ਪ੍ਰਯੋਗ ਵੀ ਕਰਦੇ। ਸਪੋਜ਼ ਕਰੋ ਕਿ ਇੰਗਲੈਂਡ ਵਿੱਚ ਸੰਸਦੀ ਪ੍ਰਣਾਲੀ ਆ ਅਤੇ ਇੰਡੀਆ 'ਚ ਵੀ ਸੰਸਦੀ ਪ੍ਰਣਾਲੀ ਆ, ਇੰਗਲੈਂਡ ਵਿੱਚ ਕਿਉਂ ਸਕਸੈਸਫੁਲ ਹੈ, ਇੰਡੀਆ 'ਚ ਕਿਉਂ ਨਹੀਂ ਆ, ਜਾਂ ਮਤਲਬ ਵੀ ਆਪਣੇ ਇੰਡੀਆ ਵਿੱਚ ਵੀ ਲੋਕਤੰਤਰੀ ਪ੍ਰਣਾਲੀ ਸਰਕਾਰ ਹੈਗੀ ਆ ਅਤੇ ਪਾਕਿਸਤਾਨ ਦੇਸ਼ ਵਿੱਚ ਵੀ ਲੋਕਤੰਤਰੀ ਪ੍ਰਣਾਲੀ ਸਰਕਾਰ ਆ, ਬਟ ਲੋਕਤੰਤਰੀ ਪ੍ਰਣਾਲੀ ਸਰਕਾਰ ਆਪਣੀ ਇੰਡੀਆ 'ਚ ਬੈਸਟ ਆ, ਪਾਕਿਸਤਾਨ ਵਿੱਚ ਨਹੀਂ ਇੰਨੀ ਹੈਗੀ। ਉਹ ਚੀਜ਼ ਦਾ ਸਰਵੇ ਕਰਦੇ ਆ, ਸਰਵੇ ਕਰਕੇ ਫਿਰ ਡਾਟਾ ਕਲੈਕਸ਼ਨ ਕਰਦੇ ਆ, ਕਲੈਕਸ਼ਨ ਕਰਕੇ ਫਿਰ ਓਪੀਨੀਅਨ ਪੋਜ਼ ਕਰਦੇ ਆ, ਠੀਕ ਹੈ। ਦੈਨ ਆਫਟਰ ਫਿਰ ਸਿੱਟੇ ਕੱਢਦੇ ਆ, ਠੀਕ ਹੈ। ਪਹਿਲਾਂ ਉਹ ਮਤਲਬ ਜਿਹੜਾ ਸਰਵੇ ਕਰਦੇ ਆ, ਮਤਲਬ ਕਿਸੇ ਵੀ ਟੌਪਿਕ ਨੂੰ ਲੈ ਕੇ ਕਿ ਲੋਕ ਵੋਟ ਸਹੀ ਤਰ੍ਹਾਂ ਪਾਉਂਦੇ ਕਿ ਨਹੀਂ ਪਾਉਂਦੇ, ਲੋਕਤੰਤਰੀ ਪ੍ਰਣਾਲੀ ਸਰਕਾਰ ਸਹੀ ਕਿ ਨਹੀਂ ਸਹੀ, ਨੌਕਰਸ਼ਾਹੀ ਸਹੀ ਕਿ ਨਹੀਂ ਆ, ਕੋਈ ਵੀ ਸੰਸਦੀ ਪ੍ਰਣਾਲੀ, ਪ੍ਰਧਾਨਗੀ ਪ੍ਰਣਾਲੀ ਸਰਕਾਰ, ਕਾਰਜਪਾਲਿਕਾ, ਵਿਧਾਨ ਪਾਲਿਕਾ, ਕਿਸੇ ਵੀ ਇੱਕ ਚੀਜ਼ ਦਾ ਟੌਪਿਕ ਲੈ ਕੇ ਸਰਵੇ ਕਰਦੇ ਆ, ਉਹਦਾ ਉਸੇ ਨਾਲ ਰਿਲੇਟਡ ਡਾਟਾ ਕਲੈਕਸ਼ਨ ਕਰਦੇ ਆ। ਦੈਨ ਆਫਟਰ ਓਪੀਨੀਅਨ ਆਫ ਪੋਜ਼ ਦਾ ਪ੍ਰਯੋਗ ਕਰਦੇ ਆ, ਫਿਰ ਸਿੱਟੇ ਕੱਢਦੇ ਹੈਗੇ ਆ। ਨੈਕਸਟ ਹੈਗਾ ਰਾਜਨੀਤਿਕ ਦੇ ਸਮਾਜਿਕ ਵਾਤਾਵਰਨ ਅਧਿਐਨ 'ਤੇ ਜ਼ੋਰ ਦਿੰਦੇ ਆ। ਕਹਿੰਦਾ ਇਹ ਨਹੀਂ ਆ ਕਿ ਜੋ ਸੰਸਥਾਵਾਂ ਵਿੱਚ ਉਹਨਾਂ ਦੇ ਸੰਵਿਧਾਨ ਵਿੱਚ ਲਿਖਤਾ ਹੋਵੇ ਕਿ ਹਾਂ ਅਸੀਂ ਸੰਸਦੀ ਪ੍ਰਣਾਲੀ ਸਰਕਾਰ ਅਪਣਾ ਲਈ ਆ, ਧਰਮ ਨਿਰਪੱਖ ਰਾਜ ਅਪਣਾ ਲਿਆ, ਇਹਨਾਂ ਦਾ ਸਿਰਫ ਉਹਨਾਂ ਦਾ ਕਰ ਦਿੱਤਾ ਅਧਿਐਨ। ਉਹ ਕਹਿੰਦਾ ਹੈ ਕਿ ਉਸ ਸਮੇਂ ਦਾ ਸਮਾਜਿਕ ਵਾਤਾਵਰਨ ਵੀ ਵੇਖਦੇ ਆ ਕਿ ਇਸ ਕਿਸ ਸਮਾਜਿਕ ਵਾਤਾਵਰਨ ਦੇ ਅਧੀਨ ਜਿਹੜੀ ਹੈਗੀ ਇਹ ਪ੍ਰਣਾਲੀ ਕੰਮ ਕਰਦੀ ਆ। ਫਿਰ ਉਹ ਮਤਲਬ ਕਿ ਉਹਨਾਂ ਦਾ ਇਸ ਨੂੰ ਵੇਖਣ ਲਈ ਉਹਨੂੰ ਪੋਲੀਟੀਕਲ ਕਲਚਰ ਆਪਾਂ ਕਹਿੰਦੇ ਹਾਂ, ਉਹਨਾਂ ਦਾ ਪੋਲੀਟੀਕਲ ਕਲਚਰ ਵੇਖਦੇ ਆ। ਅਤੇ ਪੋਲੀਟੀਕਲ ਕਲਚਰ ਨੂੰ ਇੱਕ ਚੀਜ਼ ਨਹੀਂ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ, ਜਿਵੇਂ ਸਮਾਜਿਕ, ਆਰਥਿਕ, ਭੂਗੋਲਿਕ, ਧਾਰਮਿਕ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ। ਐਗਜ਼ਾਮਪਲ ਆ ਜਿਵੇਂ ਇੰਡੀਆ ਨੂੰ ਆਪਾਂ ਸੈਕੂਲਰ ਰੀਜ਼ਨ ਬੋਲ ਦਿੰਦੇ ਹਾਂ, ਧਰਮ ਨਿਰਪੱਖ ਰਾਜ ਬੋਲਦੇ ਹਾਂ, ਪਰ ਪਾਕਿਸਤਾਨ ਨੂੰ ਆਪਾਂ ਧਰਮ ਨਿਰਪੱਖ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਉੱਥੇ ਮੈਕਸੀਮਮ 99% ਮੁਸਲਮਾਨ ਲੋਕ ਰਹਿੰਦੇ ਆ, ਅਤੇ ਉੱਥੇ ਧਰਮ ਪ੍ਰਧਾਨ ਰਾਜ ਵਾ, ਠੀਕ ਆ। ਇੰਡੀਆ ਵਿੱਚ ਰਲਿਆ ਮਿਲਿਆ ਵਾ, ਇਸ ਕਰਕੇ ਉਸ ਦੀ ਰਾਜਨੀਤੀ ਪ੍ਰਣਾਲੀ ਨੂੰ ਇਹ ਚੀਜ਼ਾਂ ਪ੍ਰਭਾਵਿਤ ਕਰਨਗੀਆਂ, ਠੀਕ ਹੈ। ਨੈਕਸਟ ਹੈ ਕਿ ਪ੍ਰਣਾਲੀ ਮੁਖੀ ਅਧਿਐਨ। ਕਹਿੰਦੇ ਹੈ ਕਿ ਜਿਹੜੇ ਆਧੁਨਿਕ ਵਿਦਵਾਨਾਂ ਨੇ ਪ੍ਰਣਾਲੀ ਵਿਸ਼ਲੇਸ਼ਣਾਤਮਕ ਸਿਸਟਮ ਐਨਾਲਿਸਿਸ ਨੂੰ ਆਪਣੀ ਤੁਲਨਾਤਮਕ ਅਧਿਐਨ ਦਾ ਆਧਾਰ ਬਣਾਇਆ। ਉਹਨਾਂ ਦਾ ਵਿਚਾਰ ਵਾ ਕਿ ਸਮੁੱਚੀ ਜਿੰਨੀ ਵੀ ਰਾਜਨੀਤਿਕ ਪ੍ਰਣਾਲੀ ਆ ਉਹ ਇੱਕ ਆਪਣੇ ਆਪ 'ਚ ਕੰਪਲੀਟ ਸਿਸਟਮ ਆ, ਠੀਕ ਆ, ਤਾਂ ਉਹ ਇੱਕ ਦੂਜੇ 'ਤੇ ਨਿਰਭਰ ਕਰਦੀ ਆ। ਜਿਵੇਂ ਸਪੋਜ਼ ਕਰੋ ਵਿਅਕਤੀ ਸਰਕਾਰ 'ਤੇ ਨਿਰਭਰ ਕਰਦਾ, ਅਤੇ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਜਿੰਨੀਆਂ ਵਿਧੀਆਂ ਕਾਨੂੰਨ ਜਾਂ ਕੁਛ ਵੀ ਹੈ ਉਹ ਵਿਅਕਤੀ 'ਤੇ ਨਿਰਭਰ ਕਰਦੀ ਹੈ, ਇੱਕ ਦੂਜੇ 'ਤੇ ਡਿਪੈਂਡੈਂਟ ਵਗੈਰਾ ਹੈਗੇ ਆ, ਵੀ ਕੰਪਲੀਟ ਸਿਸਟਮ ਵਗੈਰਾ ਦੇ ਅਨੁਸਾਰ ਚੱਲਦੀ ਹੈ, ਪੂਰਨ ਪ੍ਰਣਾਲੀ ਆ। ਅੰਤਰ ਵਿਸ਼ਾ ਅਧਿਐਨ ਕਹਿੰਦਾ ਕਿ ਜਦੋਂ ਮਤਲਬ ਵੀ ਆਪਾਂ ਰਾਜਨੀਤੀ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਸਿਰਫ ਪੋਲੀਟੀਕਲ ਸਿਸਟਮ ਨੂੰ, ਸਾਇੰਸ ਨੂੰ ਪੜ੍ਹ ਕੇ ਆਪਾਂ ਉਸ ਦੇਸ਼ ਬਾਰੇ ਜਾਣਕਾਰੀ ਨਹੀਂ ਹਾਸਿਲ ਕਰ ਸਕਦੇ। ਜਿੰਨਾ ਤੱਕ ਮੰਨ ਲਓ ਪੰਜਾਬੀ ਆ,
ਪੰਜਾਬੀਆਂ ਦਾ ਵੇਖਾਂਗੇ ਕਿ ਇੱਥੇ ਲੋਕੀ ਸ਼ੁਰੂ ਤੋਂ ਅਕਾਲੀ ਪਾਰਟੀ ਨੂੰ ਹੀ ਕਿਉਂ ਪਸੰਦ ਕਰਦੇ ਆ ਰਹੇ ਸੀ। ਫਿਰ ਉਹ ਚੀਜ਼ ਦਾ ਵੇਖਾਂਗੇ, ਉਹਨਾਂ ਦਾ ਧਾਰਮਿਕ ਸੁਭਾਅ, ਸਮਾਜਿਕ ਆਰਥਿਕ ਸਥਿਤੀ, ਇਹ ਸਾਰੀਆਂ ਚੀਜ਼ਾਂ ਨੂੰ ਵੇਖਾਂਗੇ। ਫਿਰ ਆਪਾਂ ਵੇਖਾਂਗੇ ਕਿ ਵਾਕਿਆ ਰੀਜ਼ਨ ਕੀ ਰਿਹਾ ਸੀ ਕਿ ਉਹ ਇਸ ਪਾਰਟੀ ਨੂੰ ਹੀ ਜ਼ਿਆਦਾ ਲਾਈਕ ਕਿਉਂ ਕਰਦੇ ਸੀ। ਯਾਨੀ ਕਿ ਕੋਈ ਵੀ ਜਿਹੜੀ ਰਾਜਨੀਤੀ ਪ੍ਰਣਾਲੀ ਆ, ਰਾਜਨੀਤੀ ਨੂੰ ਇਕੱਲਿਆਂ ਵਿੱਚ ਨਹੀਂ ਸਮਝਿਆ ਜਾ ਸਕਦਾ। ਇਹ ਸਬ ਸਿਸਟਮ ਆ, ਸਬ ਸਿਸਟਮ ਉਹਨਾਂ ਦਾ ਜਿਹੜਾ ਹੈਗਾ ਵਾ, ਜਿਹੜੀਆਂ ਦੂਜੀਆਂ ਵੀ ਆ ਰਾਣੀ ਪ੍ਰਣਾਲੀਆਂ ਵਾ, ਉਹਨਾਂ 'ਤੇ ਡਿਪੈਂਡਡ ਹੁੰਦੀਆਂ, ਜਿਹੜੀਆਂ ਭੌਤਿਕ, ਆਰਥਿਕ, ਸਮਾਜਿਕ, ਮਨੋਵਿਗਿਆਨਿਕ ਵਗੈਰਾ, ਉਹਨਾਂ ਦਾ ਵੀ ਅਧਿਐਨ ਕੀਤਾ ਜਾਂਦਾ। ਫਿਰ ਅਸੀਂ ਉਸ ਪੋਲੀਟੀਕਲ ਸਿਸਟਮ ਨੂੰ ਸਮਝ ਸਕਦੇ ਹੈਗੇ ਹਾਂ। ਨੈਕਸਟ ਹੈਗਾ ਕਾਰਜਾਤਮਕ ਵਿਸ਼ਲੇਸ਼ਣ। ਇਹ ਨਹੀਂ ਕਿ ਹਾਂ ਵੀ ਉੱਥੇ ਅਸੀਂ ਅਪਣਾ ਲਿਆ, ਮੰਨ ਲਓ ਨੌਕਰਸ਼ਾਹੀ ਅਪਣਾ ਲਿਆ, ਅਸੀਂ ਮੌਲਿਕ ਅਧਿਕਾਰ ਦੇ ਦਿੱਤੇ, ਮੌਲਿਕ ਕਰਤਾ ਉਹ ਦੇ ਦਿੱਤੇ। ਉਸ ਚੀਜ਼ ਦਾ ਪ੍ਰੈਕਟੀਕਲ ਵੀ ਵੇਖਦੇ ਹੋ ਕਿ ਕੰਮ ਕਿਵੇਂ ਕਰਦੇ ਹੈਗੇ ਆ। ਜਿਵੇਂ ਇੱਥੇ 2 ਐਗਜ਼ਾਮਪਲਾਂ ਦਿੱਤੀਆਂ ਵਾ, ਵਿਧਾਨ ਮੰਡਲ ਦੀ ਅਤੇ ਨੌਕਰਸ਼ਾਹੀ ਦੀ। ਵਿਧਾਨ ਪਾਲਿਕਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, MLA MP ਵਗੈਰਾ ਕੰਮ ਕਰਦੇ, ਜਿੱਥੇ ਕਹਿੰਦਾ ਕਿ ਉਹਨਾਂ ਦਾ ਠੀਕ ਤੇ ਹੁੰਦਾ ਵੈਸੇ ਕਾਨੂੰਨ ਨਿਰਮਾਣ ਕਰਨਾ, ਪਰ ਉਹ ਆਪਾਂ ਵੇਖਦੇ ਸਿਰਫ ਕਾਨੂੰਨ ਨਿਰਮਾਣ ਹੀ ਨਹੀਂ ਕਰਦੇ, ਸਗੋਂ ਕਈ ਵਾਰ ਜਿਹੜੇ ਐਕਸੀਕਿਊਟਿਵ ਫਾਈਨੈਂਸ਼ੀਅਲ ਤੌਰ 'ਤੇ ਨਿਆਇਕ ਕਾਰਜ ਵੀ ਕਰ ਦਿੰਦੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਬਿਊਰੋਕ੍ਰੇਸੀ ਆ, ਜਿਹਦੇ ਵਿੱਚ DC SP ਵਗੈਰਾ ਹੁੰਦੇ ਆ, ਸਿਰਫ ਇਹ ਨਹੀਂ ਆ ਕਿ ਸਿਰਫ ਸਰਕਾਰੀ ਸਹਾਇਤਾ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਦੇ ਆ, ਉਹ ਨੀਤੀ ਨਿਰਮਾਣ ਵਿੱਚ, ਕਾਨੂੰਨ ਨਿਰਮਾਣ ਵਿੱਚ ਵੀ। ਯਾਨੀ ਕਿ ਇੱਕ ਜਿਹੜੀ ਚੀਜ਼ ਵਾ ਉਹ ਕਈ ਤਰ੍ਹਾਂ ਦੇ ਰੋਲ ਪਲੇ ਕਰਦੀ ਹੈਗੀ ਆ। ਇਹ ਮੁੱਲ ਮੁਕਤ ਅਧਿਐਨ ਆ। ਜਿਹੜੀ ਆਧੁਨਿਕ ਵਿੱਤ ਹੁੰਦੀ ਆ, ਆਧੁਨਿਕ ਅਧਿਐਨ ਹੁੰਦਾ, ਮੁੱਲ ਮੁਕਤ ਅਧਿਐਨ ਹੁੰਦਾ ਵਾ। ਕਿਸੇ ਵਿਸ਼ੇਸ਼ ਕਦਰਾਂ ਕੀਮਤਾਂ ਨਾਲ ਜੁੜੀਆਂ ਹੋਈਆਂ ਨਹੀਂ ਹਨ, ਨਾ ਹੀ ਇਹਨਾਂ ਦਾ ਕੋਈ ਪੂਰਵ ਨਿਤਾ ਸੱਟੇ ਹਨ। ਕਹਿੰਦਾ ਕਿ ਇਹ ਮਤਲਬ ਵੀ ਜਿਵੇਂ ਮੰਨ ਲਓ ਕਿ ਮੈਂ ਸਪੋਜ਼ ਕਰਾਂ ਕਿ ਸ਼ੁਰੂ ਤੋਂ ਅਕਾਲੀ ਰਹੀ ਹੋਵਾਂ, ਠੀਕ ਹੈ, ਅਤੇ ਪਰ ਮੈਂ ਮਤਲਬ ਵੀ ਜਦੋਂ ਹੁਣ ਅੱਜ ਵੇਖਾਂਗੀ ਕਿ ਬਰਗਾੜੀ ਕਾਂਡ ਦਾ ਜਿਹੜੇ ਕਈ ਦੋਸ਼ੀ ਮੰਨਦੇ ਕਿ ਹਾਂ ਅਕਾਲੀ ਇਨਵੋਲਵ ਆ, ਅਤੇ ਮੇਰੇ 'ਤੇ ਧਰਮ ਪ੍ਰਭਾਵਿਤ ਨਹੀਂ ਹੋਏਗਾ, ਮੇਰੇ 'ਤੇ ਮਤਲਬ ਸਿੱਖੀ ਪ੍ਰਭਾਵਿਤ ਨਹੀਂ ਹੋਏਗੀ। ਉਹਨੂੰ ਮੈਂ ਪ੍ਰੈਕਟੀਕਲ ਵੇਖਾਂਗੀ ਕਿ ਵਾਕਈ ਇਹ ਚੀਜ਼ ਪ੍ਰਭਾਵਿਤ ਹੈਗੀ ਆ ਕਿ ਨਹੀਂ ਹੈਗੀ। ਠੀਕ, ਮੈਂ ਮੋਰਲ ਮਤਲਬ ਵੀ ਉਹਨੂੰ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ, ਸਿਰਫ ਮੁੱਲ ਮੁਕਤ ਅਧਿਐਨ ਕਰਾਂਗੇ। ਠੀਕ, ਤੱਥਾਂ ਨੂੰ ਧਿਆਨ ਵਿੱਚ ਰੱਖਾਂਗੇ। ਨੈਕਸਟ ਹੈਗਾ ਅਧਿਐਨ ਦਾ ਵਿਸ਼ਾਲ ਖੇਤਰ। ਤੁਲਨਾਤਮਕ ਰਾਜਨੀਤੀ ਦੇ ਅਧਿਐਨ ਲਈ ਅਪਣਾਈ ਗਈਆਂ ਨਵੀਆਂ ਵਿਧੀਆਂ ਦੇ ਨਤੀਜੇ ਵਿੱਚ ਤੁਲਨਾਤਮਕ ਰਾਜਨੀਤੀ ਦੇ ਖੇਤਰ ਵਿੱਚ ਵਿਸ਼ਾਲ ਅਧਿਐਨ ਹੈ, ਮਤਲਬ ਵੀ ਵਿਸ਼ਾਲ ਅਧਿਐਨ ਬਣ ਗਿਆ ਵਾ। ਅੱਜ ਅਸੀਂ ਆਪਣੇ ਅਧਿਐਨ ਨੂੰ ਕੇਵਲ ਸਿਰਫ ਰਸਮੀ ਸੰਸਥਾਵਾਂ ਦੇ ਅਧਿਐਨ ਤੱਕ ਨਹੀਂ ਸੀਮਿਤ ਰੱਖਦੇ, ਸਗੋਂ ਉਹਨਾਂ ਨੂੰ ਜਿਹੜੀ ਰਸਮੀ ਤੱਥਾਂ ਨੂੰ ਪ੍ਰਭਾਵਿਤ ਕਰਦੀਆਂ ਹੈਗੀਆਂ ਵਾ, ਉਹਨਾਂ ਦਾ ਵੀ ਅਧਿਐਨ ਕਰਦੇ ਹਾਂ। ਨੈਕਸਟ ਟੌਪਿਕ ਕਰਾਂਗੇ ਆਪਾਂ ਆਲੋਚਨਾਤਮਕ। ਠੀਕ ਹੈ।